इसलिए एक गल ऐसी कही दी है, फिर दोहरा दे हो, जब मेरा मालिक मेरे साथ है तो डरने की क्या, जब मेरा मालिक मेरे साथ है तो डरने की क्या, जब मेरा मालिक मेरे साथ है तो डरने की क्या। इसलिए ਇਹ ਹੁੰਦਾ ਮਾਲਕ ਦੇ ਪਿਆਰਿਆਂ ਦੇ ਅੰਦਰੋਂ ਜਵਾਬ ਕਿ ਮੈਂ ਕਿਉਂ ਡਰਾਂ, ਮੈਂ ਕਿਉਂ ਦੁੱਖਾਂ ਦੀ ਗੱਲ ਕਰਾਂ, ਮੈਂ ਕਿਉਂ ਪਰੇਸ਼ਾਨੀਆਂ ਦੀ ਗੱਲ ਕਰਾਂ, ਜਦ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਮੈਨੂੰ ਕਿਸੇ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਲਈ ਅੱਜ ਤੋਂ ਬਾਅਦ ਆਂਡੀਆਂ ਗੁਆਂਢੀਆਂ ਨਾਲ ਕਿਸੇ ਨਾਲ ਵੀ ਦੁੱਖ ਦੀਆਂ ਗੱਲਾਂ ਕਰਨੀਆਂ ਬੰਦ ਕਰੋ, ਕਿਉਂਕਿ ਕਿਸੇ ਨੇ ਦੁੱਖਾਂ ਦੀਆਂ ਗੱਲਾਂ ਕਰਕੇ ਅਸੀਂ ਦੁੱਖ ਦੀ ਸੋਚ ਕੇ એનર્ਜੀ ਦੁੱਖ ਨੂੰ ਦੇ ਰਹੇ ਹਾਂ, ਉਹੀ ਵਧਣੀ ਹੈ। ਅਸੀਂ ਮਾਲਕ ਦੀਆਂ ਰਹਿਮਤਾਂ ਦੀ ਗੱਲ ਕਰੀਏ। ਜੇ ਤੁਸੀਂ ਬਿਮਾਰ ਵੀ ਹੋ ਨਾ, ਕੋਈ ਆਵੇ ਪੁੱਛਣ ਤਾਂ ਇਹ ਨਾ ਕਹੋ ਹਾਏ ਮੇਰੇ ਇੱਥੇ ਦਰਦ ਹੁੰਦੀ ਹੈ, ਮੇਰੀ ਬਿਮਾਰੀ ਬਹੁਤ ਹੈ, ਬਹੁਤ ਦਰਦ ਜ਼ਿਆਦਾ, ਇਦਾਂ ਨਾ ਕਹੋ, ਬਲਕਿ ਕਹੋ ਕੋਈ ਨਹੀਂ, ਮਾਲਕ ਮੇਰੇ ਨਾਲ ਹੈ, ਉਹਦੀ ਰਹਿਮਤ ਮੇਰੇ ਨਾਲ ਹੈ, ਇਹ ਬਿਮਾਰੀ ਤਾਂ ਐਦਾਂ ਠੀਕ ਹੋ ਜਾਣੀ ਹੈ। ਔਰ ਦੇਖੋ ਜਦੋਂ ਇਹ ਚੁਟਕੀ ਵਜਾ ਕੇ ਕਹੋਗੇ ਨਾ ਐਦਾਂ ਠੀਕ ਹੋ ਜਾਣੀ ਹੈ, ਤਾਂ ਤੁਸੀਂ ਪਾਓਗੇ ਐਦਾਂ ਹੀ ਠੀਕ ਹੋ ਗਈ। ਹੁਣ ਜੇ ਕਿਸੇ ਨੂੰ ਕੋਈ ਪੀੜਾ ਹੈ, ਕੋਈ ਦਰਦ ਹੈ ਨਾ ਇਸ ਵੇਲੇ ਹੀ, ਤਾਂ ਦੇਖੋ ਚੁਟਕੀ ਵਜਾ ਕੇ ਲੈ ਮੇਰਾ ਮਾਲਿਕ ਮੇਰੇ ਨਾਲ ਹੈ, ਐਦਾਂ ਠੀਕ ਹੋ ਜਾਣੀ ਹੈ। ਤੁਸੀਂ ਪਾਣਾ ਅੱਧਾ ਦੁੱਖ ਤਾਂ ਐਦਾਂ ਹੀ ਝੜ ਗਿਆ, ਕਰਕੇ ਦੇਖ ਲਓ, ਨਹੀਂ ਤਾਂ ਇਹ 'ਚ ਕੋਈ ਸ਼ੱਕ ਨਹੀਂ ਹੈ। ਕਿਉਂਕਿ ਮਾਲਕ ਦੀ ਆਵਾਜ਼ ਨਹੀਂ ਆਈ, ਪਰ ਆਵਾਜ਼ ਆਣੀ ਚਾਹੀਦੀ ਹੈ, ਕਿਉਂਕਿ ਫੋਕੀਆਂ ਗੱਲਾਂ ਤਾਂ ਫੋਕੀਆਂ ਚੁਟਕੀਆਂ ਨਾਲ ਗੱਲ ਨਹੀਂ ਬਣਨੀ, ਆਵਾਜ਼ ਆਣੀ ਚਾਹੀਦੀ। ਇਹ ਦੁੱਖ ਕੀ ਚੀਜ਼ ਹੈ, ਪਰੇਸ਼ਾਨੀ ਕੀ ਚੀਜ਼ ਹੈ, ਇਹ ਤਾਂ ਮੈਂ ਚੁਟਕੀ ਵਜਾ ਕੇ ਦੂਰ ਕਰ ਦੂੰ, ਕਿਉਂਕਿ ਮੇਰਾ ਮਾਲਿਕ ਮੇਰੇ ਸਾਥ ਹੈ। ਤਾਂ ਦੁੱਖਾਂ ਤੋਂ ਕੀ ਮੈਂ ਡਰਨਾ, ਪਰੇਸ਼ਾਨੀਆਂ ਤੋਂ ਕੀ ਡਰਨਾ, ਇਹ ਤਾਂ ਐਦਾਂ ਜਿੱਦਾਂ ਬੰਦਾ ਨਾ ਚੁਟਕੀ ਵਜਾ ਕੇ ਕੰਮ ਕਰ ਦੂੰ। ਕੋਈ ਕੰਮ ਹੁੰਦੇ ਨਾ ਕਈ ਵਾਰ ਸੌਖੇ ਜਿਹੇ ਕੰਮ ਨੂੰ ਇਹ ਕੀ ਕਹਿ ਦਿੰਦੇ ਆ, ਉਹ ਲੈ ਤੈਨੂੰ ਔਖਾ ਲੱਗਦਾ ਮੈਂ ਤਾਂ ਐਵੇਂ ਹੀ ਕਰ ਦੂੰ, ਐਦਾਂ ਚੁਟਕੀ ਵਜਾ ਕੇ ਕੰਮ ਕਰ ਦੂੰ। ਬਸ ਇਹੀ ਸੋਚਿਆ ਕਰੋ, ਕੋਈ ਆਵੇ ਨਾ ਤੁਹਾਡੇ ਕੋਲ, ਕੀ ਗੱਲ ਹੋ ਗਈ, ਕੀ ਗੱਲ ਹੋ ਗਈ, ਬਿਮਾਰ ਹੋ ਗਿਆ, ਉਹ ਲੈ ਆਹ ਬਿਮਾਰੀ ਇਹ ਤਾਂ ਐਦਾਂ ਠੀਕ ਹੋ ਜਾਣੀ ਹੈ। ਤਾਂ ਜਦੋਂ ਤੁਸੀਂ ਕਹਿਣਾ ਐਦਾਂ ਠੀਕ ਹੋ ਜਾਣੀ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ, ਐਦਾਂ ਕਹਿੰਦੇ ਤੁਸੀਂ ਪਾਣਾ ਕਿ ਅੱਧੀ ਬਿਮਾਰੀ ਤਾਂ ਐਦਾਂ ਹੀ ਝੜ ਗਈ, ਕਿਉਂਕਿ ਐਦਾਂ ਦੀ એનર્ਜੀ ਅੰਦਰੋਂ ਮਿਲਣੀ ਹੈ ਤੁਹਾਨੂੰ। ਕਿਉਂਕਿ ਜਦੋਂ ਤੁਸੀਂ ਕਹਿਣਾ ਨਾ ਐਦਾਂ ਹੀ ਠੀਕ ਹੋ ਜਾਣੀ ਹੈ, ਇਹ ਤੁਸੀਂ ਨਹੀਂ ਕਹਿ ਰਹੇ, ਇਹ ਤੁਹਾਡੇ ਅੰਦਰਲਾ ਵਿਸ਼ਵਾਸ ਕਹਿ ਰਿਹਾ ਹੈ, ਇਹ ਤੁਹਾਡੇ ਅੰਦਰਲਾ ਯਕੀਨ ਕਹਿ ਰਿਹਾ ਜੋ ਮਾਲਿਕ ਦੇ ਪ੍ਰਤੀ ਹੈ। ਔਰ ਜਦੋਂ ਮਾਲਿਕ ਦੇ ਪ੍ਰਤੀ ਪੂਰੇ ਯਕੀਨ ਨਾਲ ਤੁਸੀਂ ਕਹੋਗੇ ਤਾਂ ਮਾਲਿਕ ਨੇ ਵੀ ਕਹਿਣਾ ਜੇ ਇੰਨੇ ਭਰੋਸੇ ਨਾਲ ਕਿਹਾ ਤਾਂ ਹੁਣ ਇਹਨੂੰ ਠੀਕ ਕਰ ਹੀ ਦੇਵਾਂ। ਸਮਝ ਲਓ, ਇਹੀ ਤਾਂ ਮਾਲਿਕ ਦੀ ਰਹਿਮਤ ਹੈ। ਇਸ ਲਈ ਕੋਈ ਜੀਵਨ 'ਚ ਦੁੱਖ ਹੈ, ਪਰੇਸ਼ਾਨੀ ਹੈ, ਤਾਂ ਕੀ ਕਰਨਾ ਹੈ, ਐਦਾਂ ਠੀਕ ਹੋ ਜਾਣੀ ਹੈ, ਮੈਨੂੰ ਨਹੀਂ ਡਰ ਇਹਦਾ। ਇਹਨੂੰ ਅੱਜ ਤੋਂ ਸਮਝ ਲਓ, ਇਹ ਵੀ ਇੱਕ ਮੰਤਰ ਹੀ ਹੈ, ਇਹਨੂੰ ਯਾਦ ਰੱਖਣਾ ਅੱਜ ਤੋਂ। ਕਿਉਂਕਿ ਗੱਲ ਸਿਰਫ ਸੁਣੋ ਹੀ ਨਾ, ਉੱਤੇ ਅਮਲ ਕਰਕੇ ਦੇਖੋ, ਕਹਿ ਕੇ ਦੇਖਿਓ ਤੁਸੀਂ ਪਾਓਗੇ। ਜਦੋਂ ਮੈਂ ਦੁੱਖ ਨੂੰ ਛੋਟਾ ਸਮਝਣਾ ਸ਼ੁਰੂ ਕਰ ਦਿੱਤਾ, ਮਾਲਿਕ ਦੀ ਰਹਿਮਤ ਨੂੰ ਬੜਾ ਸਮਝਣਾ ਸ਼ੁਰੂ ਕਰ ਦਿੱਤਾ, ਤਾਂ ਮੇਰੇ ਜੀਵਨ 'ਚ ਰਹਿਮਤ ਵੱਧਦੀ ਚਲੀ ਗਈ, ਤਾਂ ਦੁੱਖ ਘਟਦੇ ਚਲੇ ਗਏ। ਕਿਉਂਕਿ ਦੁੱਖਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਦੁੱਖ ਕਦੀ ਸਾਡੇ ਨਾਲ ਜ਼ਿਆਦਾ ਦੇਰ ਤੁਰਨਗੇ ਹੀ ਨਹੀਂ। ਖੁਸ਼ੀਆਂ ਵੱਲ ਧਿਆਨ ਦੇਵਾਂਗੇ ਤਾਂ ਖੁਸ਼ੀ ਹਰ ਕਦਮ ਤੇ ਚਲੇਗੀ, ਰਹਿਮਤ ਵੱਲ ਧਿਆਨ ਦੇਵਾਂਗੇ ਤਾਂ ਰਹਿਮਤ ਹਰ ਕਦਮ ਤੇ ਚਲੇਗੀ। ਇਸ ਤੋਂ ਅੱਜ ਤੋਂ ਬਾਅਦ ਦੁਖੀ ਦੀ ਗੱਲ ਨਹੀਂ ਕਰਨੀ, ਮੇਰੇ ਘਰ 'ਚ ਬਰਕਤ ਹੈ ਨਹੀਂ, ਬਰਕਤ ਹੈ ਨਹੀਂ, ਇਹ ਗੱਲ ਨਹੀਂ ਕਰਨੀ, ਬਲਕਿ ਕਹਿਣਾ ਮੇਰੇ ਘਰ 'ਚ ਬਹੁਤ ਬਰਕਤ ਹੈ, ਮੇਰੇ ਘਰ 'ਚ ਬਹੁਤ ਖੁਸ਼ੀਆਂ ਹੈ, ਕਿਉਂਕਿ ਹੁਣ ਮੇਰਾ ਮਾਲਿਕ ਮੇਰੇ ਨਾਲ ਹੈ, ਮੈਨੂੰ ਮਿਲ ਗਈ ਮੇਰੇ ਮਾਲਿਕ ਦੀ ਰਹਿਮਤ। ਪਰ ਅੱਗੇ ਰਹਿਮਤ ਕਰਨ ਵਾਲਾ ਵੀ ਚਾਹੀਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਵੀ ਗੱਲ ਯਾਦ ਰੱਖਣਾ ਕਿ ਜੇ ਬੰਦਾ ਉੱਤੇ ਹੀ ਕਿਤੇ ਵਿਸ਼ਵਾਸ ਕਰਕੇ ਬਹਿ ਜਾਵੇ, ਹੁਣ ਫਰਜ਼ ਕਰੋ ਇੱਕ ਜਗ੍ਹਾ ਕਰੰਟ ਹੀ ਹੈ ਨਹੀਂ, ਉੱਥੇ ਜਿੰਨੀਆਂ ਮਰਜ਼ੀ ਤਾਰਾਂ ਲੈ ਕੇ ਬਹਿ ਜਾਓ, ਉਹਨਾਂ ਲਾਈਟ ਨਹੀਂ ਜਗਣੀ, ਲਾਈਟ ਵੀ ਉੱਥੇ ਜਗਣੀ ਜਿੱਥੇ ਪਿੱਛੇ ਕਰੰਟ ਵੀ ਹੋਣਾ ਚਾਹੀਦਾ ਹੈ। ਅਸੀਂ ਉਹਨਾਂ ਫਕੀਰਾਂ ਨੂੰ, ਗੁਰੂਆਂ ਰਹਿਬਰਾਂ ਨੂੰ ਯਾਦ ਕਰਕੇ ਜਦੋਂ ਉਹਨਾਂ ਨੂੰ ਯਾਦ ਕਰਾਂਗੇ ਤਾਂ ਫੇਰ ਹੀ ਰਹਿਮਤ ਵੱਲ ਆਏਗੀ। ਜਿਹੜੇ ਰਹਿਮਤ ਨਾਲ ਜੁੜੇ ਹੋਣ ਉਹਨਾਂ ਨੂੰ ਯਾਦ ਕਰਕੇ ਰਹਿਮਤ ਸਾਡੇ ਤੱਕ ਪਹੁੰਚਣੀ ਹੈ। ਤਾਂ ਜਿਹੜੇ ਆਪ ਹੀ ਰਹਿਮਤ ਨਾਲ ਨਹੀਂ ਜੁੜੇ ਹੋਏ, ਆਪ ਹੀ ਲੈ ਕੇ ਬੈਠੇ ਹੋਏ ਆ, ਤਾਂ ਉਹਨਾਂ ਨੇ ਤੁਹਾਨੂੰ ਵੀ ਉੱਧਰ ਹੀ ਲਾਣਾ ਹੈ। ਲੈ ਭਾਈ ਪਹਿਲਾਂ ਸੂਟਾ ਖਿੱਚ, ਆ ਭੰਗੜਾ ਸੂਟਾ ਲਾ ਲਾ, ਆ ਫਲਾਨਾ ਸੂਟਾ ਲਾ ਲਾ, ਜਾਂ ਆਹ ਕੰਮ ਪਹਿਲਾਂ ਕਰ ਲੈ, ਜਾਂ ਚੁਰਾਹੇ 'ਚ ਜਾ ਕੇ ਦੀਵਾ ਵਾਲਿਆ, ਜਾਂ ਕਾਲਾ ਮੁਰਗਾ ਲੈ ਕੇ ਰਾਤ ਨੂੰ ਦਰਿਆ ਦੇ ਕਿਨਾਰੇ ਆ ਜੀ। ਜਿਹੜੇ ਇਦਾਂ ਦੇ ਪੁੱਠੇ ਕੰਮ ਦੱਸਣ ਵਾਲੇ ਆ ਨਾ, ਇਹਦਾ ਮਤਲਬ ਇਹਨਾਂ ਪੱਲੇ ਰਹਿਮਤ ਹੈ ਹੀ ਨਹੀਂ। ਤਾਂ ਇਹਨਾਂ ਨਾਲ ਜੁੜ ਕੇ ਸਾਡੇ ਤੱਕ ਰਹਿਮਤ ਕੀ ਪਹੁੰਚਣੀ ਹੈ? ਅੱਜ ਉਹਨਾਂ ਦੇ ਕਹਿਣ ਤੇ ਕਾਲੇ ਮੁਰਗੇ ਵੱਢੂਗੇ ਤਾਂ ਅਗਲੇ ਜਨਮ ਤੁਸੀਂ ਵੀ ਕੁਕੜੂ ਘੜੂ ਕਰਦੇ ਫਿਰਨਾ, ਕਿਉਂਕਿ ਜੈਸਾ ਬੀਜਣਾ ਵੱਢਣਾ ਤਾਂ ਸਾਨੂੰ ਪੈਣਾ ਹੀ ਹੈ। ਮੁਰਗਾ ਮਾਰਾਂਗੇ ਤਾਂ ਅਗਲੇ ਜਨਮ ਮੁਰਗਾ ਹੀ ਬਣਾਂਗੇ, ਫਿਰ ਬੱਕਰੇ ਵੱਢਾਂਗੇ ਪੀਰਾਂ ਫਕੀਰਾਂ ਦੇ ਨਾਂ ਤੇ ਤਾਂ ਅਗਲੇ ਜਨਮ ਬੱਕਰੇ ਬਣ ਕੇ ਘੁੰਮਣਾ ਮੈਂ ਕਰਦੇ। ਸੱਚੇ ਫਕੀਰ, ਸੱਚੇ ਸੰਤ, ਸੱਚੇ ਰਹਿਮਤਾਂ ਦੇ ਭੰਡਾਰ ਕਦੀ ਸਾਨੂੰ ਇਦਾਂ ਦੀਆਂ ਚੀਜ਼ਾਂ ਵੱਲ ਨਹੀਂ ਤੋਰਦੇ। ਉਹ ਕਹਿੰਦੇ ਰਹਿਮਤ ਤਾਂ ਸਾਡੇ ਅੰਦਰ ਹੈ, ਸਾਡੇ ਨਾਲ ਜੁੜ ਜਾ, ਰਹਿਮਤ ਤੱਕ ਆਪੇ ਪਹੁੰਚ ਜਾਏਗਾ। ਇਸ ਲਈ ਅਸੀਂ ਇੱਕ ਗੱਲ ਕਹੀ ਦੀ ਹੈ ਕਿ ਫਕੀਰੀ ਮਿਜ਼ਾਜ ਹੂੰ ਮੈਂ, ਆਪਣੀ ਗੱਲ ਕਈ ਵਾਰ ਕਰਦੇ ਹਾਂ ਅਸੀਂ ਕਿ फकीरी मिजाज हूं मैं, अपना अंदाज सबसे जुदा रखता हूं। कोई पूछे ना माल को ਤੁਹਾਡਾ अंदाज की है,
ਹੁਣ ਕਈ ਕਹਿੰਦੇ ਮਾਲਕੋ ਤੁਸੀਂ ਦਾੜੀ ਨਹੀਂ ਰੱਖੀ, ਤੁਸੀਂ ਆਹ ਨਹੀਂ ਕੀਤਾ, ਤੁਸੀਂ ਉਹ ਨਹੀਂ ਕੀਤਾ, ਤੁਸੀਂ ਇਦਾਂ ਦੇ ਕੱਪੜੇ ਨਹੀਂ ਪਾਉਂਦੇ, ਉਦਾਂ ਨਹੀਂ ਪਾਉਂਦੇ। ਇਹੀ ਕਿ ਭਾਈ ਸਾਡਾ ਅੰਦਾਜ਼ ਸਾਰਿਆਂ ਤੋਂ ਅਲੱਗ ਹੈ, ਅਸੀਂ ਕਿਸੇ ਦੀ ਨਕਲ ਨਹੀਂ ਕਰਦੇ। ਸਾਡਾ ਤਾਂ ਆਪਣਾ ਅੰਦਾਜ਼ ਹੈ, अपनी मौज है, अपनी रजा है। इसलिए फकीरी मिजाज हूं मैं, अपना अंदाज सबसे जुदा रखता हूं। लोग ढूंढते हैं मंदिर मस्जिद में, मैं अपने दिल में खुदा रखता हूं। ਜਿਹਨੂੰ ਦੁਨੀਆ ਮੰਦਰਾਂ ਮਸਜਿਦਾਂ ਚ ਤੀਰਥਾਂ ਤੇ ਮੱਕੇ ਜਾ ਕੇ ਲੱਭਦੀ ਹੈ, ਅਸੀਂ ਕਦੀ ਮੱਕੇ ਵੱਲ ਨਹੀਂ ਜਾਂਦੇ, ਤੀਰਥਾਂ ਵੱਲ ਨਹੀਂ ਜਾਂਦੇ। ਇਹ ਕਹਿੰਦੇ ਖੁਦਾ ਤਾਂ ਸਾਡੇ ਅੰਦਰ ਹੈ, ਔਰ ਅਸੀਂ ਇਹੀ ਚਾਹੁੰਦੇ ਖੁਦਾ ਤੁਹਾਡੇ ਅੰਦਰ ਵੀ ਹੈ, ਉਹ ਪ੍ਰਮਾਤਮਾ ਤੁਹਾਡੇ ਅੰਦਰ ਵੀ ਹੈ। ਆਪਣੇ ਅੰਦਰਲੇ ਖੁਦਾ ਨਾਲ ਜੁੜੋ, ਆਪਣੇ ਅੰਦਰਲੇ ਭਗਵਾਨ ਨਾਲ ਜੁੜੋ, ਬਾਹਰ ਲੱਭਦੇ ਨਾ ਫਿਰੋ, ਕਿਉਂਕਿ ਬਾਹਰ ਲੱਭਾਂਗੇ ਠੋਕਰਾਂ ਖਾਵਾਂਗੇ। ਯੁਕਤੀ ਲੈ ਕੇ ਆਪਣੇ ਅੰਦਰ ਤਲਾਸ਼ ਕਰਾਂਗੇ ਤਾਂ ਆਪਣੇ ਅੰਦਰੋਂ ਉਹਦੀ ਝਲਕ ਪਾਵਾਂਗੇ। ਔਰ ਇਹ ਯਾਦ ਰੱਖਣਾ, ਇਹਨੂੰ ਕੋਈ ਹੰਕਾਰ ਨਾ ਸਮਝੇ। ਬੋਲੋ ਸਮਝਦੇ ਹੋ ਕਿ ਨਹੀਂ? ਕਈ ਵਾਰ ਜਿੱਦਾਂ ਸ਼ਾਹ ਮਨਸੂਰ ਨੇ ਕਿਹਾ ਸੀ ਐਨਲ ਹੱਕ, ਮੈਂ ਹੀ ਹੱਕ ਹਾਂ, ਤਾਂ ਉਹ ਹੰਕਾਰ ਨਹੀਂ ਸੀ, ਉਹ ਉਹਨਾਂ ਦਾ ਗਿਆਨ ਸੀ, ਸਮਝ ਸੀ। ਕਿਉਂਕਿ ਜਾਣ ਲਿਆ ਕਿ ਮੇਰੇ ਅੰਦਰ ਉਹ ਹੈ, ਤਾਂ ਜਿਹੜੀ ਚੀਜ਼ ਮੇਰੇ ਅੰਦਰ ਹੈ ਉਹ ਕਹਿ ਵੀ ਦਿੱਤਾ ਜਾਵੇ ਤਾਂ ਕੋਈ ਹੰਕਾਰ ਨਹੀਂ ਹੁੰਦਾ। ਹੰਕਾਰ ਤਾਂ ਉੱਥੇ ਆਂਦਾ ਮੇਰੇ ਅੰਦਰ ਹੀ ਰੱਬ ਹੈ, ਹੋਰ ਕਿਤੇ ਰੱਬ ਹੈ ਹੀ ਨਹੀਂ। ਮੇਰੇ ਅੰਦਰ ਹੀ ਰੱਬ ਹੈ, ਤੂੰ ਤਾਂ ਪਾਪੀ ਹੈ, ਤੂੰ ਕਿੱਥੋਂ ਭਗਵਾਨ, ਭਗਵਾਨ ਤਾਂ ਮੈਂ ਹਾਂ, ਉਹ ਹੰਕਾਰ ਹੈ। ਪਰ ਜਿੱਥੇ ਆਂਦਾ ਮੇਰੇ ਅੰਦਰ ਭਗਵਾਨ ਹੈ ਪਰ ਤੁਹਾਡੇ ਅੰਦਰ ਵੀ ਹੈ, ਮੈਂ ਜਾਣ ਲਿਆ, ਹਾਲੇ ਤੁਹਾਡਾ ਜਾਣਨਾ ਬਾਕੀ ਹੈ। ਤੁਸੀਂ ਮਿਹਨਤ ਕਰੋਗੇ। ਜਿੱਦਾਂ ਇੱਕ ਡਾਕਟਰ ਕਹਿੰਦਾ ਮੈਂ ਮਿਹਨਤ ਕਰਕੇ ਡਿਗਰੀ ਲਈ ਡਾਕਟਰ ਦੀ, ਜੇ ਮੈਂ ਅੱਜ ਡਾਕਟਰ ਦੀ ਵਰਦੀ ਪਾ ਕੇ ਬੈਠਾ ਤਾਂ ਤੁਸੀਂ ਵੀ ਮਿਹਨਤ ਕਰਕੇ ਡਾਕਟਰ ਬਣ ਸਕਦੇ ਹੋ। ਬਸ ਤੁਹਾਨੂੰ ਵੀ ਮਿਹਨਤ ਦੀ ਲੋੜ ਹੈ, ਪੜ੍ਹਾਈ ਕਰਨ ਦੀ ਲੋੜ ਹੈ, ਉਹ ਗਿਆਨ ਦੀ ਲੋੜ ਹੈ। ਤਾਂ ਹੁਣ ਜਦੋਂ ਡਿਗਰੀ ਲੈ ਕੇ ਕੋਈ ਡਾਕਟਰ ਬਣ ਜਾਂਦਾ ਤਾਂ ਆਪਣੇ ਆਪ ਨੂੰ ਕਹੇ ਮੈਂ ਡਾਕਟਰ, ਤਾਂ ਉਹਦਾ ਹੰਕਾਰ ਨਹੀਂ ਹੈ, ਉਹਦਾ ਗਿਆਨ ਹੈ। ਬੋਲੋ ਸਮਝਦੇ ਹੋ? ਹੁਣ ਇੱਕ ਵਕੀਲ ਆਪਣੇ ਆਪ ਨੂੰ ਕਹੇ ਮੈਂ ਵਕੀਲ, ਤਾਂ ਤੁਸੀਂ ਕਹਿਣਾ ਹਾਂ ਭਾਈ ਤੂੰ ਵਕਾਲਤ ਕੀਤੀ ਹੈ ਤਾਂ ਵਕੀਲ ਹੀ ਹੈ। ਕੋਈ ਕਹੇ ਮੈਂ ਫਲਾਨਾ ਅਫਸਰ, ਮੈਂ ਜੱਜ, ਹਾਂ ਭਾਈ ਤੁਸੀਂ ਮਿਹਨਤ ਕੀਤੀ ਹੈ ਤਾਂ ਹੀ ਅਫਸਰ ਬਣ ਕੇ ਗੱਦੀ ਤੇ ਬੈਠੇ ਹੋ, ਕੁਰਸੀ ਤੇ ਬੈਠੇ ਹੋ, ਕਿਉਂਕਿ ਮਿਹਨਤ ਹੀ ਸਾਨੂੰ ਉਹ ਮੁਕਾਮ ਦਿੰਦੀ ਹੈ। ਪਰ ਜਦੋਂ ਗਿਆਨ ਹੋਵੇ ਹੀ ਨਾ, ਉਹ ਪਾਵਰ ਹੋਵੇ ਹੀ ਨਾ, ਤਾਂ ਫਿਰ ਆਪਣੇ ਆਪ ਨੂੰ ਕਹਿਣਾ ਕਿ ਮੈਂ ਹੀ ਮੈਂ ਹਾਂ, ਉਹ ਤਾਂ ਫਿਰ ਹੰਕਾਰ ਹੈ। ਇਸ ਲਈ ਸਮਝਣਾ ਸਾਰੇ ਜੀਵਾਂ ਕਿ ਸੁਰਤੀ ਵੀ ਉੱਧਰ ਜੋੜੀਏ ਜਿੱਥੇ ਉਹ ਰਹਿਮਤ ਦਾ ਭੰਡਾਰ ਹੋਵੇ, ਕਿਉਂਕਿ ਭੰਡਾਰਾਂ ਨਾਲ ਜੁੜਾਂਗੇ ਤਾਂ ਫੇਰ ਹੀ ਭੰਡਾਰ ਸਾਡੇ ਤੱਕ ਪਹੁੰਚਣਗੇ। ਉਸੇ ਕੂਏ ਚੋਂ ਜਲ ਸਾਨੂੰ ਮਿਲੇਗਾ ਜਿਹੜੇ ਕੂਏ 'ਚ ਜਲ ਹੋਵੇ। ਜਿਹੜਾ ਪਹਿਲੇ ਸੁੱਕ ਚੁੱਕਾ ਹੈ ਉਹ 'ਚ ਜਿੰਨੀਆਂ ਮਰਜ਼ੀ ਬਾਲਟੀਆਂ ਪਾਈ ਜਾਓ, ਬਾਲਟੀ ਖਾਲੀ ਬਾਹਰ ਆਣੀ ਹੈ। ਸਮਝ ਰਹੇ ਹੋ ਕਿ ਨਹੀਂ? ਇਸ ਲਈ ਇਹ ਮਾਲਕ ਦੀ ਰਹਿਮਤ ਦਾ ਭੰਡਾਰ ਹੈ, ਕਿਉਂਕਿ ਗੌਸ ਦੇ ਦਰ ਤੋਂ ਸਭ ਕੁਝ ਮਿਲਦਾ, ਪਰ ਹੈ ਯਕੀਨ ਜ਼ਰੂਰੀ, ਕਰੇ ਮੁਰਾਦ ਹਰ ਇੱਕ ਦੀ ਪੂਰੀ, ਰਹੇ ਨਾ ਬਾਤ ਅਧੂਰੀ, ਭਰ ਭਰ ਕੇ ਬੁੱਕ ਪੀ ਲੋ, ਇਹ ਹੈ ਰਹਿਮਤ ਦਾ ਦਰਿਆ। ਮਾਲਿਕ ਦੇ ਦਰ ਆ ਉਹ ਬੰਦਿਆ, ਮਾਲਿਕ ਦੇ ਦਰ ਆ, ਬਿਨ ਮੁਰਸ਼ਦ ਤੋਂ ਰੱਬ ਦੇ ਘਰ ਦਾ ਕੋਈ ਨਾ ਦੱਸਦਾ ਰਾਹ। ਜੇ ਰੱਬ ਤੱਕ ਪਹੁੰਚਣਾ ਹੈ ਤਾਂ ਬਿਨਾਂ ਗੁਰੂ ਤੋਂ ਕੋਈ ਉਹ ਰੱਬ ਦੇ ਘਰ ਦਾ ਰਾਹ ਨਹੀਂ ਦੱਸਦਾ। ਇਸ ਲਈ ਯਕੀਨ ਦੇ ਨਾਲ ਸਭ ਕੁਝ ਇਨਸਾਨ ਨੂੰ ਮਿਲ ਜਾਂਦਾ ਹੈ ਜਦੋਂ ਇਨਸਾਨ ਵਿਸ਼ਵਾਸ ਨਾਲ ਮਾਲਿਕ ਦੇ ਦਰ ਤੇ ਆ ਜਾਂਦਾ ਹੈ। ਔਰ ਉਹ ਦਰਿਆ ਕੋ ਪਹੁੰਚ ਗਏ ਤਾਂ ਫਿਰ ਬੁੱਕ ਭਰ ਭਰ ਕੇ ਜਿੰਨਾ ਮਰਜ਼ੀ ਪੀ ਲਓ, ਉੱਥੇ ਕੋਈ ਕਮੀ ਨਹੀਂ ਹੈ। ਅੱਜ ਤੋਂ ਵਿਸ਼ਵਾਸ ਰੱਖਣਾ ਹੈ ਕਿ ਮੈਂ ਵੀ ਮਾਲਿਕ ਦੇ ਘਰ ਤੱਕ ਆ ਗਿਆ, ਮਾਲਿਕ ਦੀਆਂ ਰਹਿਮਤਾਂ ਦੇ ਦਰਿਆ ਤੱਕ ਆ ਗਿਆ। ਹੁਣ ਮਾਲਿਕ ਦੀ ਰਹਿਮਤ ਹਰ ਕਦਮ ਤੇ ਮੇਰੇ ਨਾਲ ਹੈ ਤਾਂ ਮੇਰੇ ਜੀਵਨ 'ਚ ਖੁਸ਼ੀਆਂ ਹੀ खुशियां है, मेरे जीवन च आनंद ही। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।